डियर स्टूडेंट्स, आज असी कम्युनिकेशन स्किल्स के बारे पढ़न जा रहे हैं। कम्युनिकेशन स्किल्स आर one of the fundamental life skills which are required for greater understanding of information. It can be done vocally, visually, non-verbally and through written media. All these are means of communication which are essential soft skills which are required for a successful career. ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬੋਲ ਕੇ ਆਪਣੀ ਗੱਲਬਾਤ ਸ਼ੇਅਰ ਕਰਦੇ ਹਾਂ ਦੂਸਰੇ ਦੇ ਨਾਲ, ਆਪਣੀ ਗੱਲ ਦੂਸਰੇ ਨੂੰ ਦੱਸਦੇ ਹਾਂ ਤੇ ਉਹਦੀ ਗੱਲਬਾਤ ਸੁਣਦੇ ਹਾਂ। ਬੇਟੇ ਇਹੀ ਪ੍ਰੋਸੈਸ ਹੈ ਕਮਿਊਨੀਕੇਸ਼ਨ ਦੀ, ਇਹਨੂੰ ਹੀ ਕਮਿਊਨੀਕੇਸ਼ਨ ਸਕਿੱਲ ਕਿਹਾ ਜਾਂਦਾ ਹੈ। ਇਹ ਬੋਲ ਕੇ, ਵੋਕਲੀ, ਵਿਜ਼ੂਅਲੀ, ਦੇਖ ਕੇ, ਨੌਨ ਵਰਬਲੀ, ਬਿਨਾਂ ਬੋਲਿਆਂ ਵੀ ਅਸੀਂ ਕਰ ਸਕਦੇ ਹਾਂ ਤੇ ਲਿਖ ਕੇ ਵੀ ਹੁੰਦੀ ਹੈ। ਸੋ ਕਮਿਊਨੀਕੇਸ਼ਨ ਸਿਰਫ ਇਹ ਨਹੀਂ ਕਿ ਜੇ ਮੈਂ ਬੋਲ ਰਹੀ ਹਾਂ ਤਾਂ ਹੀ ਕਮਿਊਨੀਕੇਟ ਕੀਤਾ ਹੈ। ਮੈਂ ਬਿਨਾਂ ਬੋਲਿਆ ਸਿਰਫ ਸਿਰ ਹਿਲਾ ਕੇ ਇਸ਼ਾਰੇ ਦੇ ਨਾਲ ਜਾਂ ਲਿਖ ਕੇ ਦੱਸ ਸਕਦੀ ਹਾਂ। ਆਪਣੀ ਗੱਲ ਨੂੰ, ਆਪਣੇ ਮੈਸੇਜ ਨੂੰ ਪਹੁੰਚਾਉਣ ਨੂੰ ਹੀ ਕਮਿਊਨੀਕੇਸ਼ਨ ਸਕਿੱਲ ਕਿਹਾ ਜਾਂਦਾ। ਤੋ ਇਹ ਜਿਹੜਾ ਮੋਡ ਹੈ ਜਿਹਦੇ ਵਿੱਚ ਅਸੀਂ ਰਿਟਨ ਮੀਡੀਆ ਕਹਿੰਦੇ ਹਾਂ, ਉਹ ਵੀ ਜਿਹੜਾ ਕਮਿਊਨੀਕੇਸ਼ਨ ਸਕਿੱਲ ਦਾ ਇੱਕ ਪਾਰਟ ਹੈ। Professionals in the digital age must effectively know how to convey and receive messages via various means of communication. ਜਿਹੜੇ ਪ੍ਰੋਫੈਸ਼ਨਲਸ ਨੇ, ਅੱਜ ਡਿਜੀਟਲ ਏਜ ਦਾ ਜ਼ਮਾਨਾ ਹੈ, ਸਮਾਂ ਹੈ ਤੇ ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਣੀ ਗੱਲ ਕਿਵੇਂ ਕਨਵੇ ਕਰਨੀ ਆ, ਕਿਵੇਂ ਅਲੱਗ-ਅਲੱਗ ਤਰੀਕੇ ਨੇ ਜਿਹੜੇ ਕਮਿਊਨੀਕੇਸ਼ਨ ਦੇ, ਉਹਨਾਂ ਦੇ ਜ਼ਰੀਏ। ਤਾਂ ਕੁਝ ਸਕਿੱਲਸ ਹੈਗੀਆਂ ਨੇ ਕਿਉਂਕਿ ਅਸੀਂ ਇਹ ਕਹਿੰਦੇ ਆ ਕਿ ਕਮਿਊਨੀਕੇਸ਼ਨ ਇਜ਼ ਦਾ ਐਕਟ ਆਫ ਕਨਵੇਇੰਗ ਮੀਨਿੰਗ ਫਰੋਮ ਵਨ entity to another with the use of understood signs, symbols, rules. ਹੁਣ ਇਹਦੇ ਵਿੱਚ ਅਸੀਂ ਦੇਖੋ, ਜਦੋਂ ਅਸੀਂ ਕਮਿਊਨੀਕੇਸ਼ਨ ਕਰ ਰਹੇ ਹਾਂ ਤਾਂ ਅਸੀਂ ਆਪਣੀ ਗੱਲ ਨੂੰ ਕਨਵੇ ਕਰ ਰਹੇ ਹਾਂ, ਆਪਣਾ ਮੈਸੇਜ ਕਨਵੇ ਕਰ ਰਹੇ ਹਾਂ। ਕਿਸ ਦੇ ਜ਼ਰੀਏ? ਸਾਈਨ ਦੇ ਨਾਲ, ਜਿਹੜਾ ਮੈਂ ਉੱਪਰ ਨੌਨ ਵਰਬਲ ਦੀ ਗੱਲ ਕੀਤੀ ਆ, ਸਿੰਬਲਸ ਦੇ ਨਾਲ, ਸਿੰਬਲ ਹੋ ਸਕਦੇ ਹੈ, ਰਿਟਨ ਫਾਰਮ 'ਚ ਹੋ ਸਕਦੇ ਹੈ, ਨੌਨ ਵਰਬਲ ਹੋ ਸਕਦੇ ਨੇ, ਅਤੇ ਕੁਝ ਰੂਲਸ ਨੇ। ਰੂਲਸ ਤੋਂ ਜਿਹੜਾ ਅਸੀਂ ਮਤਲਬ ਕਹਿੰਦੇ ਹੈ, ਰੂਲਸ ਹੈਗੇ ਨੇ, ਰੂਲਸ ਦਾ ਮੀਨਿੰਗ ਹੈ ਇਹਦੇ ਵਿੱਚ ਬੋਲਣ ਦਾ ਤਰੀਕਾ, ਬੋਲਣ ਦਾ ਜ਼ਰੀਆ। ਮੰਨ ਲਓ ਅਗਰ ਮੈਂ ਇੰਗਲਿਸ਼ ਦੇ ਵਿੱਚ ਕਮਿਊਨੀਕੇਟ ਕਰ ਰਹੀ ਹਾਂ ਤਾਂ ਇੰਗਲਿਸ਼ ਦੇ ਰੂਲਸ ਦੇ ਅਕੋਰਡਿੰਗ ਟੈਂਸ ਯੂਜ਼ ਕਰੂੰਗੀ ਨਾ। ਉਸੇ ਤਰੀਕੇ ਨਾਲ ਅਗਰ ਮੈਂ ਆਪਣੀ ਰੀਜਨਲ ਲੈਂਗੁਏਜ ਪੰਜਾਬੀ 'ਚ ਬੋਲ ਕੇ ਤੁਹਾਨੂੰ ਦੱਸ ਰਹੀ ਹਾਂ ਤਾਂ ਮੈਂ ਪੰਜਾਬੀ ਦੀ ਲੈਂਗੁਏਜ ਦੇ ਰੂਲਸ ਜਿਹੜੇ ਨੇ ਉਹਨਾਂ ਨੂੰ ਫੋਲੋ ਕਰੂੰਗੀ। ਕੀ ਦੱਸਣਾ ਹੈ, ਇਸ ਨੂੰ ਫੋਲੋ ਕਰਨਾ, ਅਤੇ ਕਿਸ ਤਰ੍ਹਾਂ ਨਾਲ ਆਪਣਾ ਸੈਂਟੈਂਸ ਬਣਾਉਣਾ, ਉਹਦੀ ਜਾਣਕਾਰੀ, ਉਹ ਇੱਕ ਬੇਸਿਕ ਜ਼ਰੂਰਤ ਹੈ, ਉਹ ਪੂਰੀ ਹੋਣੀ ਚਾਹੀਦੀ ਹੈ। ਕਮਿਊਨੀਕੇਸ਼ਨ ਸਕਿੱਲ ਜਿਹੜੀ ਹੈ, ਇਨ ਅ ਨਟਸ਼ੈਲ ਆਰ ਦ ਸੈਟ ਆਫ ਐਕਟੀਵਿਟੀਜ਼ ਯੂ ਮੇਕ ਗਿਵਿੰਗ ਐਂਡ ਰਿਸੀਵਿੰਗ ਵੇਰੀਅਸ ਕਾਈਂਡਸ ਆਫ ਇਨਫੋਰਮੇਸ਼ਨ। ਕੋਈ ਇਨਫੋਰਮੇਸ਼ਨ ਅਸੀਂ ਦਿੰਦੇ ਵੀ ਹੈ ਅਤੇ ਰਿਸੀਵ ਵੀ ਕਰਦੇ ਹੈਗੇ ਹਾਂ, ਠੀਕ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਕਮਿਊਨੀਕੇਸ਼ਨ ਸਕਿੱਲਸ ਇਨਵੋਲਵ ਸਪੀਕਿੰਗ, ਲਿਸਨਿੰਗ, ਓਬਜ਼ਰਵਿੰਗ ਐਂਡ ਐਮਪੈਥਾਈਜ਼ਿੰਗ। ਬੋਲਣਾ, ਕਮਿਊਨੀਕੇਸ਼ਨ ਸਕਿੱਲ 'ਚ ਕੀ ਕੁਛ ਇਨਕਲੂਡ ਹੁੰਦਾ ਹੈ? ਬੋਲਣਾ, ਲਿਸਨਿੰਗ, ਸੁਣਨਾ, ਓਬਜ਼ਰਵਿੰਗ, ਦੇਖ ਕੇ ਵੀ ਅਸੀਂ ਆਪਣੀ ਗੱਲ ਨੂੰ, ਆਪਣਾ ਐਕਸਪੀਰੀਅੰਸ ਜਿਹੜਾ ਹੈ ਉਹ ਦੱਸ ਸਕਦੇ ਹਾਂ, ਅਤੇ ਐਮਪੈਥਾਈਜ਼ਿੰਗ, ਐਮਪੈਥਾਈਜ਼ਿੰਗ ਮਤਲਬ ਜੋ ਅਸੀਂ ਸੁਣ ਰਹੇ ਹਾਂ, ਸਾਹਮਣੇ ਵਾਲਾ ਜੋ ਵਕਤਾ ਹੈ, ਬੋਲਣ ਵਾਲਾ ਇਨਸਾਨ ਹੈ, ਉਹਦੇ ਫੀਲਿੰਗਸ ਦੇ ਅਕੋਰਡਿੰਗ ਸਾਡੀਆਂ ਫੀਲਿੰਗਸ ਹੋਣਾ, ਉਹਨਾਂ ਦੀਆਂ ਫੀਲਿੰਗਸ ਦੇ ਨਾਲ ਜੁੜ ਜਾਣਾ। ਇੰਨਾ ਕੁ ਤੁਸੀਂ ਕੌਨਸਟੈਂਟ ਔਰ ਐਕਟਿਵ ਲਿਸਨਰ ਹੋ ਕਿ ਜਿਸ ਤਰ੍ਹਾਂ ਦੀ ਉਹਦੀਆਂ ਫੀਲਿੰਗ ਹੈ, ਉਹਨਾਂ ਦੇ ਜੋ ਸ਼ਬਦ ਨੇ, ਉਹਨਾਂ ਦੇ ਨਾਲ ਹੀ ਤੁਹਾਡੇ ਜਿਹੜਾ ਹੈ ਮਾਈਂਡ ਦੀ ਸਟੇਟ ਆਫ ਮਾਈਂਡ ਜਿਹੜਾ ਹੈ ਉਹ ਚੇਂਜ ਹੋ ਜਾਏ। ਅਗਰ ਤੁਸੀਂ ਕੋਈ ਧਾਰਮਿਕ ਸਤਸੰਗ ਸੁਣ ਰਹੇ ਹੋ ਨਾ, ਤਾਂ ਜਿਸ ਤਰ੍ਹਾਂ ਦੇ ਨਾਲ ਉਹ ਜਿਹੜੀ ਵੀ ਕਥਾ ਤੁਹਾਨੂੰ ਸੁਣਾ ਰਹੇ ਨੇ, ਤਾਂ ਜਿਸ ਵੀ ਸੀਨ ਦੀ ਉਹ ਗੱਲ ਕਰਦੇ, ਉਸੇ ਸੀਨ ਦੇ ਅਕੋਰਡਿੰਗ ਤੁਸੀਂ ਕਦੇ ਖੁਸ਼ ਹੋ ਜਾਂਦੇ ਹੋ ਅਤੇ ਕਦੀ ਤੁਸੀਂ ਦੁਖੀ ਹੋਣ ਲੱਗ ਜਾਂਦੇ ਹੋ। It also helps to understand how to communicate by phone conversation, face-to-face interaction, digital communication through social media and email. ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਫ਼ੋਨ ਦੇ ਨਾਲ ਵੀ ਦੇਖੋ ਕਨਵਰਸੇਸ਼ਨ ਤੁਸੀਂ ਬੋਲ ਕੇ ਦੇ ਰਹੇ ਹੋ, ਫੇਸ ਟੂ ਫੇਸ ਇੰਟਰੈਕਸ਼ਨਸ ਤੁਹਾਡੀਆਂ ਹੁੰਦੀਆਂ, ਤੁਸੀਂ ਇੱਕ ਦੂਸਰੇ ਨਾਲ ਗੱਲਬਾਤ ਵੀ ਕਰਦੇ ਹੋ, ਅਤੇ ਸਾਈਨ ਔਰ ਸਿੰਬਲ ਵੀ ਨੌਨ ਵਰਬਲ ਜਿਹੜਾ ਵੇ ਹੈ ਕਮਿਊਨੀਕੇਸ਼ਨ ਦਾ, ਉਹਨੂੰ ਤੁਸੀਂ ਫੇਸ ਟੂ ਫੇਸ ਇੰਟਰੈਕਸ਼ਨ 'ਚ ਯੂਜ਼ ਕਰ ਸਕਦੇ ਹੋ। ਡਿਜੀਟਲ ਕਮਿਊਨੀਕੇਸ਼ਨਸ ਹੁੰਦੀਆਂ ਨੇ, ਜਿਵੇਂ ਸੋਸ਼ਲ ਮੀਡੀਆ 'ਤੇ ਅਸੀਂ ਚੈਟਿੰਗ ਕਰਦੇ ਹਾਂ, ਵਟਸਐਪ ਹੈ,
स्नैपचैट है, इंस्टाग्राम है, ठीक है, फेसबुक है, या ईमेल लिख के भी असी ईमेल भेज के असी रिटन फॉर्म दे विच जिहड़ा है अपने पॉइंट्स अपनी गल जिहड़ी है अगे कन्वे कर दिंदे हैं। इस दे नाल ही कुछ काइंड्स ने कम्यूनीकेशन दियाँ, जिस तरह एक्टिव लिसनिंग। किन्ने तरह की कम्यूनीकेशन है? एक्टिव लिसनिंग, अगर तुसी सुन नहीं पा रहे किसी को सही तरीके नाल तो तुसी अपनी गल भी कन्वे नहीं कर सकते। सो कम्यूनीकेशन स्किल का सब तो पहली रिक्वायरमेंट या काइंड जिहड़ी हैगी है दैट इज़ एक्टिव लिसनिंग। तुसी एक एक्टिव लिसनर होने चाहिए हो, गल नूं सही तरीके नाल समझोगे तां ही उस मैसेज नूं अगे सही तरीके नाल पास कर सकोगे, समझ सकोगे, ठीक है ना। नंबर 2 ते है बॉडी लैंगुएज। तुहाडी जदों तुसी कम्यूनीकेट करते हो तो तुहाडी बॉडी लैंगुएज तुहाडे उन्हां बोलन दे तरीक़िਆਂ ਦੇ अकॉर्डिंग ही होनी चाहिए है, ठीक है। कॉन्फिडेंट आई कॉन्टैक्ट होना चाहिए है, ठीक है। तो तुहाडे हैंड सिग्नल्स जिन्होंने असी जेस्चर्स भी कहने हैं, टोन जिहड़ी तुहाडी बोलन दी टोन है तुहाडे तरीके दे नाल उहदे विच भी बदलाव आने चाहिए ने। दैट मीनस कि अगर क्वेश्चन मार्क वाला कोई कम्यूनीकेशन है, तुसी किसी नूं कुछ पुछ रहे हो तो उहदे विच तुहाडी टोन बदली जाएगी। जिथे कॉमा अक्सर सानू टीचर छोटे बच्चों नूं ये कहंदे सिखाए जाते हैं, वो टीचर जिहड़े ने छोटे बच्चों नूं ये सिखाते हैं कि कॉमा आन ते तुसी रुकना है, फुल स्टॉप आन ते रुकना है। कॉमा जदों आंदा है तो एक सेंटेंस खत्म होंदा है तो कॉमा तो बाद अगली गल शुरू होंदी है, तुसी उत्थे हल्का जिहा पॉज देना है। तो ये बहुत ज़रूरी चीज़ां ने जो कि पता होनियां चाहिए। कम्यूनीकेशन गुड कम्यूनीकेशन का एक बहुत वड्डा रोल प्ले करती है बॉडी लैंगुएज। फिर आ हैगा रिस्पैक्ट। रिस्पैक्ट जिहड़ा सामने वाले दी रिस्पैक्ट बोलन लग्या कम्यूनीकेट करन लगे ये नहीं है कि जो मन चाहे असी बोली जाए। सानू पता होना चाहिए कि असी जो बोल रहे हैं, जिहदे बारे च बोल रहे हैं, जिस तरह नाल बोल रहे हैं वो सानू पता होना चाहिए। सामने वाले दी रिस्पैक्ट करनी, सामने वाले दे जो उन्हां दियां फीलिंग्स ने उन्हां दा ध्यान सानू रखना चाहिए। सो उस तो बाद है फीडबैक। कम्यूनीकेशन का मतलब है कि असी अपनी गल इन्फॉर्मेशन कन्वे करनी है। इस तो बाद प्रोवाइड, यू शुड बी एबल टू प्रोवाइड एंड रिसीव फीडबैक अप्रोप्रिएटली। तो ये भी कम्यूनीकेशन का एक मेन पार्ट है, मेन रोल है। तुसी सही फीडबैक प्रोवाइड करनी। अगर तुसी सुन रहे हो किसी को तो तुसी उन्होंने फीडबैक दोगे, तो अगर तुसी खुद बोल रहे हो तो तुसी उन्हां तो फीडबैक लोगे, ठीक है ना। सो सुपरवाइजर एंड मैनेजर शुड कंटिन्यूअसली लुक फॉर गिविंग इन कंस्ट्रक्टिव फीडबैक टू एम्प्लॉइज़ ईदर थ्रू ईमेल और फोन कॉल्स। मान लो तुसी अगर एक इंप्लॉई हो तो तुहाडे सुपरवाइजर या मैनेजर वो तुहानू लगातार कोई ना कोई कंस्ट्रक्टिव फीडबैक प्रोवाइड करते हैं। काम करोगे तो फीडबैक भी जरूर मिलेगी, कुछ इंप्रूवमेंट लई मिलेगी, कई बारी शाबाश भी मिलेगी। जिथे इंप्रूवमेंट लई तुहानू फीडबैक मिलती है उत्थे नाल ही तुसी इस चीज़ नूं ध्यान नाल सुनना है किस थां ते इंप्रूवमेंट करनी है। शाबाश लई मिल रही है तां भी तुहानू पता होना चाहिए कि तुसी वो काम किस तरह कीता, की कीता तां कि उहदे विच अगे होर फर्दर इंप्रूवमेंट्स लैके आ सको। तो ये कम्यूनीकेशन ईमेल के थ्रू भी हो सकती है तो फोन कॉल्स के जरिए भी हो सकती है। फिर है वॉल्यूम तो क्लैरिटी। देखो कम्यूनीकेट असी बोल के बिना बोले साइन सिंबल्स नाल या रिटन फॉर्म च कर सकते हैं ना। तो अगर बोल के कर रहे हैं तो वो वॉल्यूम वो बारे थोड़ी वॉल्यूम इन्नी उच्ची होवे कि सामने वाले नूं सुन रहा होवे। अगर एक क्लास दे विच टीचर पढ़ा रहा है, 50-60 बच्चों की क्लास है तो टीचर की आवाज़ इन्नी कि स्लो है कि सिर्फ 15 बच्चों तो अगे पहुँच नहीं पा रही, तो बाकी वाले बच्चे क्लास च रौला पाएंगे तो गल नूं नहीं समझ सकणगे, ठीक है। सो इसलिए वॉल्यूम वाल खास ध्यान देना है कि जिहड़ी तुहाडी वॉल्यूम है वो बहुत उच्ची होवे ताकि तुहाडी सारी क्लास नूं सुन सके। फिर उस तो बाद है क्लैरिटी। तुहाडी वॉल्यूम दे विच क्लैरिटी होनी चाहिए है कि जदों तुसी बोलो तो तुहाडी आवाज़ तुहाडी गल सामने वाले तक सही तरीके नाल साफ साफ पहुँच सके।
ਸੋ ਇਸ ਦੇ ਨਾਲ ਹੀ ਤੁਹਾਨੂੰ ਕਾਫੀ ਹੱਦ ਤੱਕ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ ਕਿ ਕਮਿਊਨੀਕੇਸ਼ਨ ਸਕਿੱਲ ਕੀ ਹੁੰਦੀ ਹੈ, ਕਮਿਊਨੀਕੇਸ਼ਨ ਟੈਕਨੀਕ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਤੇ ਉਹਦੀਆਂ ਕਿਸ ਤਰ੍ਹਾਂ ਦੀਆਂ ਟਾਈਪਸ ਹੈ, ਜਿਨ੍ਹਾਂ ਨੂੰ ਉਹ ਕਿਹੜੇ ਇਹੋ ਜਿਹੇ ਫੀਚਰਸ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਆਪਣੀ ਕਮਿਊਨੀਕੇਸ਼ਨ ਨੂੰ ਗੁੱਡ ਬਣਾ ਸਕਦੇ ਹੋ। ਥੈਂਕ ਯੂ।